ਪੰਜਾਬ 1987 ਤੋਂ ਲੈ ਕੇ 1992 ਤੱਕ ਇੱਥੇ ਪ੍ਰੈਜ਼ੀਡੈਂਟ ਰੂਲ ਰਿਹਾ ਤੇ ਬਾਦਲ ਸਾਹਿਬ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਸਾਡੇ ਨਾਲ ਤਾਂ ਕੇਂਦਰ ਸਰਕਾਰ ਧੱਕਾ ਕਰਦੀ ਹੈ ਤੇ ਸਾਡੇ ਸਿਰ ਇੰਨਾ ਕਰਜ਼ਾ ਹੈ, ਜਦਕਿ ਇਹਨਾਂ ਦਾ ਵੈਲਕਮ ਕੀਤਾ ਸੀਗਾ। ਤੇ ਸਭ ਤੋਂ ਪਹਿਲਾਂ ਕਰਜ਼ੇ ਦਾ ਪ੍ਰਚਾਰ ਵੀ ਸਭ ਤੋਂ ਜ਼ਿਆਦਾ ਮਨਪ੍ਰੀਤ ਸਿੰਘ ਬਾਦਲ ਨੇ ਹੀ ਕੀਤਾ ਸੀ ਜਦੋਂ ਇਹਨਾਂ ਨੇ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਸੀ। 17 ਦੇ ਵਿੱਚ ਫਿਰ ਸਰਕਾਰ ਕਾਂਗਰਸ ਦੀ ਆ ਗਈ, ਉਦੋਂ ਤੱਕ ਉਹ ਕਾਂਗਰਸ 'ਚ ਆ ਚੁੱਕੇ ਸੀਗੇ, ਫਾਈਨਾਂਸ ਮਿਨਿਸਟਰ ਬਣ ਗਏ। ਹੁਣ ਜਦੋਂ ਛੱਡ ਕੇ ਗਏ ਤੇ ਕਰਜ਼ਾ ਤਾਂ ਹੋਰ ਵੀ ਜ਼ਿਆਦਾ ਵੱਧ ਚੁੱਕਿਆ ਹੈ। ਵਾਈਟ ਪੇਪਰ ਦਾ ਰੌਲਾ ਬਹੁਤ ਦੇਰ ਤੋਂ ਪੈ ਰਿਹਾ ਸਰ, ਇਹਦਾ ਕੀ ਮਤਲਬ ਲੱਭੋ ਲਬਾਵ ਕੀ ਹੈਗਾ, ਸਰਕਾਰਾਂ ਕਿਉਂ ਪੇਸ਼ ਨਹੀਂ ਕਰ ਸਕਦੀਆਂ? 92 ਦੇ ਵਿੱਚ ਬਾਈਕਾਟ ਇਲੈਕਸ਼ਨ ਦਾ ਹੋਇਆ ਤੇ ਸਾਹਿਬ ਬਿਆਸ ਸਿੰਘ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਫਾਈਨਾਂਸ ਦੀ ਹਾਲਤ ਬਹੁਤ ਮਾੜੀ ਹੈ, ਉਹਨਾਂ ਨੇ ਇੱਕ ਐਕਸਪਰਟ ਕਮੇਟੀ ਅਪਾਇੰਟ ਕੀਤੀ। ਜਦੋਂ ਇੱਕ ਪਾਸੇ ਤੁਹਾਡੀ ਸਿਚੁਏਸ਼ਨ ਕ੍ਰਿਟੀਕਲ ਚੱਲ ਰਹੀ ਹੈ, ਐਕਸਪਰਟਸ ਸਟੱਡੀ ਕਰ ਰਹੇ, ਤੁਹਾਡੇ ਫਾਈਨਾਂਸ ਨੂੰ ਰਿਪੋਰਟਾਂ ਦੇ ਰਹੇ ਹੈ, 96 ਬਾਦਲ ਸਾਹਿਬ ਅਨਾਉਂਸ ਕਰਦੇ ਕਿ ਅਸੀਂ ਫ੍ਰੀ ਪਾਵਰ ਤੇ ਵੱਲੋਂ ਦਿਆਂਗੇ। ਦੋ ਗੱਲਾਂ ਲੈ ਕੇ ਚੱਲਦਾ ਹੁੰਦਾ, ਇੱਕ ਹੁੰਦੀ ਆ ਪਾਪੂਲਿਸਟ ਸਕੀਮਸ, ਇੱਕ ਹੁੰਦਾ ਸੋਸ਼ਲ ਵੈਲਫੇਅਰ। ਦੋਵਾਂ 'ਚ ਫਰਕ ਹੈ। ਜੇ ਇਹਨਾਂ ਕੋਲ ਅਰੇਂਜਮੈਂਟ ਸੀ, ਕੇਜਰੀਵਾਲ ਜੀ ਨੂੰ ਪੰਜਾਬ ਦੀ ਇਕਾਨਮੀ ਦਾ ਪੂਰਾ ਗਿਆਨ ਹੈ ਕਿਉਂਕਿ ਉਹ ਲਗਾਤਾਰ ਬਰੀਫਿੰਗ ਮੇਰੇ ਖਿਆਲ 'ਚ ਲੈ ਰਹੇ ਸੀਗੇ ਤੇ ਇਹ ਦੇਖਣ ਵੀ ਇਹ ਹੁਣ ਕਿਸ ਤਰ੍ਹਾਂ ਸਾਰਾ ਕੁਝ ਅੱਗੇ ਚੱਲੇਗਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪਹਿਲੇ ਸਾਲ ਹੀ ਸਾਰੇ ਵਾਅਦੇ ਇੰਪਲੀਮੈਂਟ ਕਰੋ। ਆਪ ਹੁਣ ਇੱਥੋਂ ਅੱਗੇ ਚੱਲੇ। ਜੇ ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਹੈ, ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਨ। ਸਤਿ ਸ਼੍ਰੀ ਅਕਾਲ, ਤੁਸੀਂ ਸਾਰੇ ਦੇਖ ਰਹੇ ਹੋ D5 ਚੈਨਲ। ਮੈਂ ਬਿੰਦੂ ਸਿੰਘ। ਅੱਜ ਇੱਕ ਖਾਸ ਗੱਲ ਤੇ ਆਪਾਂ ਇੱਥੇ ਗੱਲਬਾਤ ਕਰਾਂਗੇ। ਪੰਜਾਬ 'ਚ ਜਿਹੜੀ ਸਰਕਾਰ ਹੈਗੀ ਹੈ ਉਹਨੂੰ 1 ਮਹੀਨਾ ਤਕਰੀਬਨ ਹੋ ਗਿਆ ਹੈ ਬਣੇ ਹੋਏ। ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ, ਮੁੱਖ ਮੰਤਰੀ ਨੇ ਭਗਵੰਤ ਮਾਨ। ਪਰ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਸੈਂਟਰ ਤੋਂ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਤੋਂ 1 ਲੱਖ ਜਿਹੜਾ ਹੈਗਾ ਕਰੋੜ ਦਾ ਕਰਜ਼ਾ ਜਿਹੜਾ ਉਹ ਮੰਗਿਆ ਹੈਗਾ, ਦੁਬਾਰਾ ਤੋਂ ਮੰਗਿਆ, ਇੱਕ ਕਰਜ਼ਾ ਮੰਗਿਆ ਹੈਗਾ ਉਹਨਾਂ ਤੋਂ, ਮਤਲਬ ਕਿ ਪੈਸੇ ਉਹਨਾਂ ਨੇ ਮੰਗੇ ਹੈਗੇ ਹੈ। ਉਹ ਕਿਉਂ ਮੰਗੇ ਨੇ? ਬੇਸਿਕਲੀ ਕਰਜ਼ਾ ਜਿਹੜਾ ਉਹ ਪੰਜਾਬ ਤੇ ਚੜਿਆ, ਇਹ ਗੱਲ ਅਸੀਂ ਬਹੁਤ ਲੰਮੇ ਟਾਈਮ ਤੋਂ ਸੁਣਦੇ ਆ ਰਹੇ ਹਾਂ। 3.5 ਲੱਖ ਕਰੋੜ ਦਾ ਕਰਜ਼ਾ ਆਲਰੇਡੀ ਪੰਜਾਬ ਤੇ ਹੈ ਇਸ ਟਾਈਮ ਤੇ। ਉਸ ਦੇ ਨਾਲ ਹੀ ਇਹ ਵੀ ਕੈਲਕੂਲੇਟ ਕੀਤਾ ਜਾਂਦਾ ਕਿ 28-29 ਤੱਕ ਇਹ ਕਰਜ਼ਾ ਸ਼ਾਇਦ ਡਬਲ ਹੋ ਜਾਏਗਾ। ਇਹ ਗੱਲਾਂ ਜਿਹੜੀਆਂ ਪਿਛਲੇ ਦਿਨੀ ਖਬਰਾਂ ਇੱਦਾਂ ਦੀਆਂ ਨਸ਼ਰ ਹੋਈਆਂ ਨੇ, ਇੱਦਾਂ ਦੀ ਗੱਲਬਾਤ, ਐਵੇਂ ਦੀ ਡਾਟਾ ਜਿਹੜਾ ਆਲਰੇਡੀ ਆ ਰਿਹਾ। ਸਪੈਸ਼ਲ ਟਰਮ ਲੋਨ ਇੱਕ ਟਰਮ ਹੈਗੀ ਹੈ, ਇੱਕ ਗੱਲ ਹੈਗੀ ਹੈ। ਉਹ ਕੀ ਚੀਜ਼ ਹੈ, ਕਿਉਂ ਇਹ ਗੱਲ ਸਪੈਸ਼ਲ ਟਰਮ ਜਿਹੜੀ ਲੋਨ ਹੈਗਾ ਇਹ ਯੂਜ਼ ਕੀਤਾ ਜਾਂਦਾ, ਕੀ ਟਰਮ ਹੈਗੀ ਹੈ, ਔਰ 3.5 ਲੱਖ ਕਰੋੜ ਦਾ ਜਿਹੜਾ ਇਹ ਕਰਜ਼ਾ ਹੈਗਾ ਇਹ ਅਸਲ 'ਚ ਹੈ ਕੀ ਔਰ ਕਿਉਂ ਚੜਿਆ, ਔਰ ਇਹ ਅਸਲ 'ਚ ਹੈਗਾ ਵੀ ਹੈ ਕਿ ਨਹੀਂ ਵੀ ਹੈਗਾ, ਸਰਕਾਰਾਂ ਨੇ ਪਿਛਲੀਆਂ ਨੇ ਕੀ ਕੀਤਾ, ਇਹ ਸਾਰੀ ਗੱਲ ਤੇ ਨਜ਼ਰਸਾਨੀ ਅੱਜ ਕਰਾਂਗੇ। ਸਾਡੇ ਨਾਲ ਇੱਥੇ ਸਾਡੇ ਅੱਜ ਦੇ ਮਹਿਮਾਨ ਜਿਹੜੇ ਨੇ ਉਹ ਜਗਤਾਰ ਸਿੰਘ ਜੀ ਨੇ, ਜਿਹੜੇ ਕਿ ਬਹੁਤ ਹੀ ਜ਼ਿਆਦਾ ਸੀਨੀਅਰ ਪੱਤਰਕਾਰ ਨੇ ਤੇ ਲੰਮੇ ਸਮੇਂ ਤੋਂ ਜਿਹੜੀਆਂ ਵੱਖ-ਵੱਖ ਚੀਜ਼ਾਂ ਤੇ ਆਪਣੀ ਜਿਹੜੀ ਨਜ਼ਰ ਬਣਾ ਕੇ ਰੱਖਦੇ ਨੇ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਬਿੰਦੂ ਜੀ। ਸਰ, ਜਿਹੜਾ ਇਹ ਸਪੈਸ਼ਲ ਟਰਮ ਲੋਨ ਦੀ ਗੱਲ ਆਪਾਂ ਕਰ ਰਹੇ ਹਾਂ, ਕਰਜ਼ੇ ਦੀ ਗੱਲ ਕਰ ਰਹੇ ਹਾਂ, ਅਸਲ 'ਚ ਪਹਿਲੇ ਸਾਡੀ ਜਿਹੜੇ ਕਹਿ ਸਕਦੇ ਹਾਂ ਵਿਊਅਰਸ਼ਿਪ ਨੂੰ ਸਮਝਾਓ ਕਿ ਕਰਜ਼ਾ ਅਸਲ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਹਰ ਬਜਟ ਸੈਸ਼ਨ ਦੇ ਵਿੱਚ, ਅਖਬਾਰਾਂ ਦੇ ਵਿੱਚ ਇਹਦਾ ਜ਼ਿਕਰ ਬਾਰ-ਬਾਰ ਆਉਂਦਾ ਹੈ। ਕਿੱਦਾਂ ਸਮਝੀਏ ਇਹਨੂੰ? ਪਹਿਲੇ ਤਾਂ ਇਹ ਦੋ ਤਰ੍ਹਾਂ ਦੇ ਕਰਜ਼ੇ ਹੈ ਤੇ ਅਕਸਰ ਦੋਵਾਂ ਨੂੰ ਇਕੱਠਾ ਹੀ ਕਨਫਿਊਜ਼ ਕਰ ਦਿੱਤਾ ਜਾਂਦਾ ਹੈ। ਇੱਕ ਤਾਂ ਕਰਜ਼ਾ ਉਹ ਹੈ ਜਿਹੜਾ ਕਿ ਮਿਲੀਟੈਂਸੀ ਦੇ ਪੀਰੀਅਡ ਦੇ ਵਿੱਚ ਐਨੂਅਲ ਸਰਕਾਰ, ਕੇਂਦਰ ਸਰਕਾਰ ਪੰਜਾਬ ਨੂੰ ਦਿੰਦੀ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਸੀਗਾ। ਸ਼ੁਰੂ ਹੁੰਦਾ ਹੈ ਕਿਤੇ ਜਾ ਕੇ ਮੇਰੇ ਖਿਆਲ ਦੇ ਵਿੱਚ 86-87 ਦੇ ਆਸ-ਪਾਸ ਤੇ 93-94 ਤੱਕ ਇਹ ਚੱਲੀ ਗਿਆ ਹੈ। ਸਪੈਸ਼ਲ ਅਸਿਸਟੈਂਸੀ ਟੂ ਕੰਟਰੋਲ ਮਿਲੀਟੈਂਸੀ। ਪੰਜਾਬ 1987 ਤੋਂ ਲੈ ਕੇ 1992 ਤੱਕ ਇੱਥੇ ਪ੍ਰੈਜ਼ੀਡੈਂਟ ਰੂਲ ਰਿਹਾ। ਐਡਾ ਲੰਬਾ ਸਮਾਂ ਕਿਤੇ ਨਹੀਂ ਕਦੇ ਰਿਹਾ। ਉਸ ਪੀਰੀਅਡ ਦੇ ਵਿੱਚ ਰਿਸੋਰਸ ਮੋਬਿਲਾਈਜੇਸ਼ਨ ਕੋਈ ਨਹੀਂ ਸੀਗੀ ਤੇ ਸੈਂਟਰ ਤੋਂ ਹੀ ਜਿਹੜੀ ਗ੍ਰਾਂਟ ਆਉਂਦੀ ਸੀ ਉਹਦੇ ਨਾਲ ਹੀ ਆਲਮੋਸਟ ਸਾਰਾ ਕੰਮ ਚੱਲ ਰਿਹਾ ਸੀ। ਇੱਕ ਆਸਪੈਕਟ ਤਾਂ ਉਹ ਹੈ। ਇੱਕ ਦੂਸਰਾ ਜਨਰਲ ਕਰਜ਼ਾ ਹੈ ਜਿਹੜਾ ਹੁਣ ਕਿਹਾ ਜਾਂਦਾ ਕਿ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜ੍ਹ ਗਿਆ, ਉਹ ਸਪੈਸ਼ਲ ਟਰਮ ਲੋਨ ਤੋਂ ਵੱਖਰਾ ਹੈ। ਮੈਂ ਹੁਣੇ ਕੋਈ ਸਟੇਟਮੈਂਟ ਪੰਜਾਬ ਦੇ ਨਵੇਂ CM ਭਗਵੰਤ ਮਾਨ ਹੋਰਾਂ ਨੇ ਪੜ੍ਹ ਰਿਹਾ ਸੀਗਾ ਵੀ ਇਹ ਉਸ ਵੇਲੇ ਦਾ ਕਰਜ਼ਾ ਬਹੁਤ ਹੈਗਾ।
ਇਹ ਉਸ ਵੇਲੇ ਦਾ ਨਹੀਂ ਹੈ। ਇਹ ਤੇ ਕਈ ਵਾਰੀ ਕੰਟਰੋਵਰਸੀ ਚੱਲੀ। ਇਹ ਦਰਅਸਲ ਜਿਹੜਾ ਇਹ ਕਰਜ਼ਾ ਹੈ ਇਹ ਸੀ ਟੋਟਲ 5800 ਕਰੋੜ ਸਪੈਸ਼ਲ ਟਰਮ ਲੋਨ ਸਾਰਾ ਮਿਲਾ ਕੇ, ਤੇ ਇਹਦੇ ਵਿੱਚੋਂ 5029 ਕਰੋੜ ਰੁਪਈਆ ਮਾਫ ਹੋਇਆ ਗਿਆ। ਮੈਂ ਇੱਕ ਮਿੰਟ ਆਪਣੇ ਕੋਲੇ ਰੱਖ ਲੈਣਾ ਜੀ ਸਰ, ਫਿਗਰ ਸਾਰੀਆਂ। ਜੀ ਤੇ ਇਹਦੇ ਵਿੱਚੋਂ ਸਿਰਫ ਕੁਝ ਇੰਟਰਸਟ 1923 ਕਰੋੜ ਦਾ ਇੰਟਰਸਟ ਤੇ 771 ਕਰੋੜ ਦੀ ਪ੍ਰਿੰਸੀਪਲ ਪੇਮੈਂਟ ਇੱਕ ਹੋਈ ਹੈ। ਉਸ ਤੋਂ ਬਾਅਦ ਇਹ ਵੇਵ ਆਫ ਹੋਣਾ ਸ਼ੁਰੂ ਹੋ ਗਿਆ ਸੀਗਾ। ਅੱਛਾ ਜੀ, ਪਹਿਲੀ ਵਾਰੀ ਇਹ ਕਰਜ਼ਾ ਵੇਵ ਆਫ ਹੋਇਆ ਜਦੋਂ ਇੰਦਰ ਕੁਮਾਰ ਗੁਜਰਾਲ ਪ੍ਰਾਈਮ ਮਿਨਿਸਟਰ ਸੀਗੇ ਤੇ ਪੰਜਾਬ ਦੇ ਬਾਦਲ ਸਾਹਿਬ ਸੀਐਮ ਸੀਗੇ। ਜਲੰਧਰ ਫੰਕਸ਼ਨ ਹੋਇਆ ਸੀ ਤੇ ਬਾਦਲ ਸਾਹਿਬ ਨੇ ਵੈਲਕਮ ਕੀਤਾ ਸੀ। ਉਸ ਤੋਂ ਬਾਅਦ ਕਿਤੇ ਬਾਦਲ ਸਾਹਿਬ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਸਾਡੇ ਨਾਲ ਤਾਂ ਕੇਂਦਰ ਸਰਕਾਰ ਧੱਕਾ ਕਰਦੀ ਹੈ ਤੇ ਸਾਡੇ ਸਿਰ ਇੰਨਾ ਕਰਜ਼ਾ ਹੈ, ਜਦਕਿ ਇਹਨਾਂ ਤਾਂ ਵੈਲਕਮ ਕੀਤਾ ਸੀਗਾ। ਇਹ ਬੜੀ ਅਜੀਬ ਜੀ ਕੰਟਰਡਿਕਸ਼ਨ ਹੈ ਸਾਰੀ ਗੱਲ ਤੇ ਆ ਕੇ। ਪਹਿਲੀ ਵਾਰੀ ਉਦੋਂ ਮਾਫ ਹੋਇਆ, ਦੂਜੀ ਵਾਰੀ 2006 ਦੇ ਵਿੱਚ ਹੋਇਆ ਜਦੋਂ ਡਾਕਟਰ ਮਨਮੋਹਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ ਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸੀ। ਅਸਲ ਗੱਲ ਇਹ ਹੈ ਕਿ ਜਦੋਂ ਇੰਦਰ ਕੁਮਾਰ ਗੁਜਰਾਲ ਨੇ ਇਹ ਕਰਜ਼ਾ ਮਾਫ ਕੀਤਾ, ਉਹ ਇੱਕ ਪ੍ਰੋਸੀਜਰ ਹੁੰਦਾ ਕੇਂਦਰ ਸਰਕਾਰ ਦਾ ਵੀ ਕਿਸ ਢੰਗ ਨਾਲ ਮਾਫ ਹੋਣਾ ਹੈ। ਉਦੋਂ ਇਨ ਪ੍ਰਿੰਸੀਪਲ ਸਾਰਾ ਹੀ ਕਰਜ਼ਾ ਮਾਫ, ਉਹ ਜਿਹੜਾ ਸਪੈਸ਼ਲ ਟਰਮ ਲੋਨ ਸੀ ਉਹ ਸਾਰਾ ਹੀ ਮਾਫ ਕਰਨ ਦਾ ਇਨ ਪ੍ਰਿੰਸੀਪਲ ਫੈਸਲਾ ਹੋ ਗਿਆ ਸੀ। ਬਾਕੀ ਸਾਰਾ ਪ੍ਰੋਸੀਜਰਲ ਸੀ। ਉਹ ਸੀ ਕਿ ਫਾਈਨਾਂਸ ਕਮਿਸ਼ਨ ਹੁੰਦਾ ਕੇਂਦਰ ਦਾ ਵੀ ਇਹਦੇ ਟਰਮ ਦੇ ਵਿੱਚ ਜਿਹੜੀਆਂ ਆਹ ਕਿਸ਼ਤਾਂ ਹੈ ਇਹ ਮਾਫ ਹੋਣਗੀਆਂ, ਨੈਕਸਟ ਫਾਈਨਾਂਸ ਕਮਿਸ਼ਨ ਫਿਰ ਅਗਲਾ ਫੈਸਲਾ ਕਰੇਗਾ। ਸੋ ਆਲਮੋਸਟ ਸਾਰਾ ਕਰਜ਼ਾ ਮਾਫ ਹੋ ਚੁੱਕਿਆ ਹੈ, ਲੇਕਿਨ ਦੂਸਰਾ ਕਰਜ਼ਾ ਨਾਲ ਦੀ ਨਾਲ ਹੀ ਵੱਧਦਾ ਚਲਾ ਗਿਆ। ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਚੋਂ ਅਲੱਗ ਹੋਏ, ਉਦੋਂ ਫਾਈਨਾਂਸ ਮਿਨਿਸਟਰ ਸੀਗੇ ਤੇ ਇਹਨਾਂ ਨੇ ਜਿਹੜੀ ਉਹਨਾਂ ਦੀ ਇਕਨੋਮਿਕ ਪਾਲਿਸੀ ਸੀ, ਸਬਸਿਡੀ ਸੀ, ਉਹਨਾਂ ਨੂੰ ਅਪੋਜ਼ ਕੀਤਾ ਸੀ ਤੇ ਇਹ ਕਿਹਾ ਸੀ ਵੀ ਇਹਦੇ ਨਾਲ ਕਰਜ਼ਾ ਬਹੁਤ ਵੱਧ ਰਿਹਾ ਹੈ। ਤੇ ਸਭ ਤੋਂ ਪਹਿਲਾਂ ਕਰਜ਼ੇ ਦਾ ਪ੍ਰਚਾਰ ਵੀ ਸਭ ਤੋਂ ਜ਼ਿਆਦਾ ਮਨਪ੍ਰੀਤ ਸਿੰਘ ਬਾਦਲ ਨੇ ਹੀ ਕੀਤਾ ਸੀ ਜਦੋਂ ਇਹਨਾਂ ਨੇ ਆਪਣੀ ਪੀਪਲ ਪਾਰਟੀ ਆਫ ਪੰਜਾਬ ਬਣਾਈ ਸੀ। ਉਹ ਐ ਪ੍ਰੈਜ਼ੈਂਟ ਕੀਤਾ ਕਿ ਪੰਜਾਬ ਦੇ ਸਿਰ ਪਤਾ ਨਹੀਂ ਕਿੰਨਾ ਬੋਝ ਹੈ ਪੰਜਾਬ ਤੇ ਲੋਕਾਂ ਦੇ ਪਿਆ ਪਿਆ, ਜਦਕਿ ਉਦੋਂ ਬਾਕੀ ਸਟੇਟਸ ਤੇ 3 ਸਟੇਟ ਸੀਗੀਆਂ ਕਿ ਇੱਕ ਸਟੇਜ ਤੇ ਆ ਕੇ ਕੇਰਲ, ਵੈਸਟ ਬੰਗਾਲ ਤੇ ਪੰਜਾਬ, ਜਿਨ੍ਹਾਂ ਦੇ ਕਰਜ਼ਾ ਬਾਕੀ ਸਟੇਟਸ ਨਾਲੋਂ ਜ਼ਿਆਦਾ ਸੀ। ਕ੍ਰਿਟੀਕਲ ਸਟੇਟ ਤਿੰਨੇ ਗਿਣੀਆਂ ਜਾਣ, ਹੁਣ ਵੀ ਤਿੰਨੇ ਸੀ ਮੇਰੇ ਖਿਆਲ ਦੇ ਵਿੱਚ। ਉਹਨਾਂ ਨੇ ਇਹ ਪ੍ਰੈਜ਼ੈਂਟ ਕੀਤਾ ਵੀ ਪਤਾ ਨਹੀਂ ਕਿੰਨਾ ਕਰਜ਼ਾ ਹੈ। ਚਲੋ 17 ਦੇ ਵਿੱਚ ਫਿਰ ਸਰਕਾਰ ਕਾਂਗਰਸ ਦੀ ਆ ਗਈ, ਉਦੋਂ ਤੱਕ ਉਹ ਕਾਂਗਰਸ 'ਚ ਆ ਚੁੱਕੇ ਸੀਗੇ, ਫਾਈਨਾਂਸ ਮਿਨਿਸਟਰ ਬਣ ਗਏ। ਹੁਣ ਜਦੋਂ ਛੱਡ ਕੇ ਗਏ ਤੇ ਕਰਜ਼ਾ ਤਾਂ ਹੋਰ ਵੀ ਜ਼ਿਆਦਾ ਵੱਧ ਚੁੱਕਿਆ ਹੈ। ਜਿਹੜੇ ਸੱਜਣ ਕਹਿ ਰਹੇ ਸੀਗੇ ਕਿ ਕਰਜ਼ਾ ਬਹੁਤ ਹੈ, ਜਦੋਂ ਉਹ ਫਾਈਨਾਂਸ ਮਿਨਿਸਟਰ ਸੀਗੇ ਉਸ ਵੇਲੇ ਵੀ ਕਰਜ਼ਾ ਬਹੁਤ ਵੱਧ ਗਿਆ। 2017 ਦੀ ਇਲੈਕਸ਼ਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ। ਹਾਂਜੀ, ਉਹ ਮੈਨੂੰ ਕੱਲ ਯਾਦ ਹੈ ਕਿ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਵਾਈਟ ਪੇਪਰ ਲੈ ਕੇ ਆਵਾਂਗੇ। ਉਹ ਵੀ ਗੱਲਾਂ ਹੀ ਵਿੱਚ ਹੀ ਰਹਿ ਗਈਆਂ ਨੇ। ਵਾਈਟ ਪੇਪਰ ਦਾ ਰੌਲਾ ਬਹੁਤ ਦੇਰ ਤੋਂ ਪੈ ਰਿਹਾ ਸਰ, ਇਹਦਾ ਕੀ ਮਤਲਬ ਲੱਭੋ ਲਬਾਵ ਕੀ ਹੈਗਾ? ਸਰਕਾਰਾਂ ਕਿਉਂ ਪੇਸ਼ ਨਹੀਂ ਕਰ ਸਕਦੀਆਂ? ਕਿੱਥੇ ਲਕੂਲਾਜ਼ ਕੀ ਨੇ, ਜਾਂ ਕੀ ਇੰਨਾ ਕਰਜ਼ਾ ਜਿਹੜਾ ਤੁਰਿਆ ਚਲਿਆ ਆ ਰਿਹਾ, ਇਹਦਾ ਕਿਸ ਤਰੀਕੇ ਦੇ ਨਾਲ ਇਹਨੂੰ ਦੇਖਿਆ ਜਾਵੇ? ਨਹੀਂ, ਇਹ ਜਿਹੜਾ ਇਹ ਵਾਈਟ ਪੇਪਰ ਤਿਆਰ ਕੀਤਾ ਸੀਗਾ ਜਦੋਂ ਕੰਟਰੋਵਰਸੀ ਚੱਲੀ ਸੀ ਤੇ ਜਿਹੜਾ ਸਰਕੂਲੇਟ ਕੀਤਾ ਗਿਆ ਉਹ ਮੰਤਰੀਆਂ ਨੂੰ ਮਨਜ਼ੂਰ ਨਹੀਂ ਸੀ। ਉਹ ਕਹਿੰਦੇ ਵੀ ਦੱਸੋ ਤੁਸੀਂ ਹੋਇਆ ਕੀ ਹੈ, ਕੌਣ ਜ਼ਿੰਮੇਦਾਰ ਹੈ, ਇੰਨੇ ਕਰਜ਼ੇ ਦੇ ਪੈਸਾ ਗਿਆ ਕਿੱਥੇ ਹੈ, ਰਿਕਾਰਡ ਤੇ ਤਾਂ ਪੈਸਾ ਖਰਚ ਹੋਇਆ ਹੋਇਆ ਜੀ, ਤਨਖਾਹਾਂ ਕਿੰਨੀਆਂ, ਪੈਨਸ਼ਨਸ ਕਿੰਨੀਆਂ, ਸਾਰਾ ਲੈ ਦੇ ਕੇ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਉਹ ਤਾਂ ਪੰਜਾਬ ਦਾ ਹੈ ਨਹੀਂ। ਪੰਜਾਬ ਦੀ ਸਮੱਸਿਆ ਕੀ ਹੈ, ਕਰਜ਼ਾ ਕਿਉਂ ਚੜਿਆ ਹੈ, ਮੈਂ ਇਨ ਬਰੀਫ ਤੁਹਾਨੂੰ ਇੱਥੇ ਸਮਝਾ ਦਿੰਦਾ। ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਦੌਰ ਸ਼ੁਰੂ ਹੋ ਜਾਂਦਾ 81-82 'ਚ। 83 ਦੇ ਅਕਤੂਬਰ ਦੇ ਵਿੱਚ ਜਿਹੜੀ ਸਰਕਾਰ ਸੀ ਇੱਥੇ ਦਰਬਾਰਾ ਸਿੰਘ ਹੋਰਾਂ ਦੀ ਕਾਂਗਰਸ ਦੀ, ਉਹ ਡਿਸਮਿਸ ਹੋ ਜਾਂਦੀ ਹੈ। ਉਸ ਤੋਂ ਬਾਅਦ ਬਲੂ ਸਟਾਰ 85 'ਚ ਬਰਨਾਲਾ ਸਰਕਾਰ ਆਉਂਦੀ ਹੈ। ਜਦੋਂ ਉਹ ਸਰਕਾਰ ਆਉਂਦੀ ਹੈ ਉਦੋਂ ਤੱਕ ਇਹ ਸਮੱਸਿਆ ਫਾਈਨਾਂਸ ਦੇ ਸਾਹਮਣੇ ਆ ਚੁੱਕੀ ਹੈ। ਇਹਦੀ ਜੜ ਉਸ ਵੇਲੇ ਦੇ ਵਿੱਚ ਹੈ ਜਦੋਂ ਬਰਨਾਲਾ ਸਰਕਾਰ ਜਿਸ ਦਿਨ ਉਹਨਾਂ ਨੇ ਟੇਕ ਓਵਰ ਕੀਤਾ,
ਉਹਨਾਂ ਨੇ ਇੱਕ ਪਾਲਿਸੀ ਸਟੇਟਮੈਂਟ ਥਰੂ ਪਬਲਿਕ ਰਿਲੇਸ਼ਨ ਇਸ਼ੂ ਕੀਤੀ। ਉਹਦੇ ਵਿੱਚ ਜ਼ਿਕਰ ਹੈ ਕਿ ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈ ਬਹੁਤ ਖਰਾਬ ਹੈ। ਉਸ ਵੇਲੇ ਤੋਂ ਸ਼ੁਰੂ ਹੁੰਦਾ ਹੈ। ਇਹ ਨਹੀਂ ਹੈ ਕਿ ਓਵਰਨਾਈਟ ਸਾਰਾ ਕੁਝ ਹੋ ਗਿਆ। ਤੁਸੀਂ ਉਹ ਰਿਕਾਰਡ ਸਾਰਾ ਚੱਕ ਲਓ ਕਿ ਪੰਜਾਬ ਦਾ ਜਿਹੜੀ ਡੈਫੀਸਿਟ ਫਾਈਨਾਂਸਿੰਗ ਹੈ ਇਹ ਕਿਸ ਵੇਲੇ ਤੋਂ ਸ਼ੁਰੂ ਹੁੰਦੀ ਹੈ। ਇਹ 84 85 ਤੋਂ ਸ਼ੁਰੂ ਹੁੰਦੀ ਹੈ, ਤੋਂ ਵਾਧਾ ਚਲਾ ਗਿਆ। ਹੁਣ ਹੁੰਦਾ ਕੀ ਹੈ, 92 ਦੇ ਵਿੱਚ ਬਾਈਕਾਟ ਇਲੈਕਸ਼ਨ ਦਾ ਹੋਇਆ ਤੇ ਸਾਹਿਬ ਬਿਆਨ ਸਿੰਘ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਫਾਈਨਾਂਸ ਦੀ ਹਾਲਤ ਬਹੁਤ ਮਾੜੀ ਹੈ, ਉਹਨਾਂ ਨੇ ਇੱਕ ਐਕਸਪਰਟ ਕਮੇਟੀ ਅਪਾਇੰਟ ਕੀਤੀ। ਡਾਕਟਰ ਰਾਜਾ ਜੇ ਝਾਲੀਆ ਵੈਰੀ ਵੈਲ ਨੋਨ ਐਮੀਨੈਂਟ ਹਿੰਦੁਸਤਾਨ ਦੇ ਇਕੋਨੋਮਿਸਟ ਸੀਗੇ, ਫਿਸਕਲ ਇਕੋਨੋਮਿਸਟ। ਉਹਨਾਂ ਨੇ ਕਮੇਟੀ ਬਣਾਈ। ਉਹਨਾਂ ਨੇ ਆਪਣੀ 2 ਰਿਪੋਰਟਾਂ ਦਿੱਤੇ, ਇੱਕ ਇੰਟਰਮ ਤੇ ਇੱਕ ਫਾਈਨਲ ਰਿਪੋਰਟ। ਇਹ ਨੋਟਿਸ ਉਸ ਵੇਲੇ ਵੀ ਲਿਆ ਗਿਆ ਸੀ। ਉਸ ਤੋਂ ਬਾਅਦ 97 'ਚ ਬਾਦਲ ਸਾਹਿਬ ਦੀ ਸਰਕਾਰ ਆ ਜਾਂਦੀ ਹੈ। ਜਦੋਂ ਇੱਕ ਪਾਸੇ ਤੁਹਾਡੀ ਸਿਚੁਏਸ਼ਨ ਕ੍ਰਿਟੀਕਲ ਚੱਲ ਰਹੀ ਹੈ, ਐਕਸਪਰਟਸ ਸਟੱਡੀ ਕਰ ਰਹੇ ਆ, ਤੁਹਾਡੇ ਫਾਈਨਾਂਸ ਨੂੰ ਰਿਪੋਰਟਾਂ ਦੇ ਰਹੇ ਹੈ, 96 'ਚ ਬਾਦਲ ਸਾਹਿਬ ਅਨਾਉਂਸ ਕਰਦੇ ਆ ਕਿ ਅਸੀਂ ਫਰੀ ਪਾਵਰ ਟਿਊਬਵੈੱਲ ਨੂੰ ਦਿਆਂਗੇ। 97 ਸਰਕਾਰ ਬਣਸਾਰ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ, ਐਪਰੀਸ਼ੀਏਟ ਮੈਂ ਕਰਦਾ ਹਾਂ ਕਿ ਪਹਿਲੀ ਕੈਬਨਿਟ ਮੀਟਿੰਗ ਇੱਕੋ ਕੰਮ ਬਾਦਲ ਸਾਹਿਬ ਨੇ ਆਪਣੇ ਵਾਅਦੇ ਮੁਤਾਬਕ ਪੂਰਾ ਕੀਤਾ, ਉਹ ਇਹ ਸੀ। ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਕਰਤਾ। ਹੁਣ ਉਸ ਤੋਂ ਬਾਅਦ ਹੁੰਦਾ ਕੀ ਹੈ, ਰਿਸੋਰਸ ਮੋਬਿਲਾਈਜੇਸ਼ਨ ਨਹੀਂ ਹੋਈ ਪੰਜਾਬ ਦੀ। 5 ਸਾਲ ਨਿਕਲ ਗਏ, ਖਰਚੇ ਵੱਧਦੇ ਚਲੇ ਗਏ। 5 ਸਾਲ ਵਿੱਚ ਪੰਜਾਬ ਦੇ ਵਿੱਚ ਕੋਈ ਰਿਸੋਰਸ ਮੋਬਿਲਾਈਜੇਸ਼ਨ ਨਹੀਂ ਹੈ। ਕੈਪਟਨ ਸਾਹਿਬ ਆਏ 2002 ਦੇ ਵਿੱਚ, ਉਹਨਾਂ ਨੇ ਇੱਕ ਵਾਰੀ ਤਾਂ ਇਹ ਫਰੀ ਟਿਊਬਵੈੱਲ ਦੀ ਬਿਜਲੀ ਖਤਮ ਕਰਤੀ। ਮੈਂ ਸਬਸਿਡੀ ਦੇ ਹੱਕ 'ਚ, ਮੈਂ ਨਾਲ ਹੀ ਕਲੀਅਰ ਕਰ ਦਿਆਂ, ਮੈਂ ਇਸ ਗੱਲ ਦੇ ਖਿਲਾਫ ਨਹੀਂ ਹੈ ਕਿ ਸਬਸਿਡੀ ਨਾ ਦਿੱਤੀ ਜਾਵੇ। ਇਹ ਹੈ ਕਿ ਤੁਸੀਂ ਉਹ ਸੈਕਟਰ ਨੂੰ ਸਬਸਿਡੀ ਕਿਸ ਢੰਗ ਨਾਲ ਦੇ ਰਹੇ ਹੋ। ਇਹੀ ਪੈਸਾ ਐਗਰੀਕਲਚਰ ਦੇ ਵਿੱਚ ਕਿਸੇ ਹੋਰ ਢੰਗ ਨਾਲ ਇਨਵੈਸਟ ਕੀਤਾ ਜਾ ਸਕਦਾ ਸੀ। ਜਿਨ੍ਹਾਂ ਦੇ 4-4 5-5 ਟਿਊਬਵੈੱਲ ਹੈ, ਉਹਨਾਂ ਨੂੰ ਵੀ ਤੁਸੀਂ ਫਰੀ ਪਾਵਰ ਦੇ ਰਹੇ ਹੋ। ਇੱਕ ਟਿਊਬਵੈੱਲ ਦਿਓ, ਕੋਈ ਸਿਸਟਮ ਬਣਾਓ, ਜਾਂ ਤੁਸੀਂ ਲਿਮਿਟ ਲਾਓ ਕਿ 5 ਏਕੜ 7 ਏਕੜ ਤੱਕ ਦੀ ਅਸੀਂ ਫਰੀ ਪਾਵਰ ਦਿਆਂਗੇ। ਅਕਰਾਸ ਦੀ ਬੋਰਡ ਨਹੀਂ। ਉਹਦੇ ਵਿੱਚ ਇਹ ਹੋਇਆ ਕਿ ਜਿਹੜੀ ਚੋਰੀ ਸੀ ਬਿਜਲੀ ਦੀ, ਉਹ ਵੀ ਇਸੇ ਸੈਕਟਰ 'ਚ ਪੈਣ ਲੱਗ ਪਈ। ਪੰਜਾਬ ਦੇ ਟੀ&ਡੀ ਲਾਸਿਸ ਜਿਹੜੇ ਸੀਗੇ ਬਹੁਤ ਜ਼ਿਆਦਾ ਸੀਗੇ। ਸੋ ਜਿਹੜੀ ਮਿਸਮੈਨੇਜਮੈਂਟ ਇਕੋਨਮੀ ਦੀ ਹੈ, ਬੇਸਿਕਲੀ ਉਹ ਜ਼ਿੰਮੇਦਾਰ ਹੈ ਇਸ ਕਰਜ਼ੇ ਵਾਸਤੇ। ਇਹ ਮੈਂ ਇਸ ਗੱਲ 'ਚ ਨਹੀਂ ਪੈਂਦਾ ਵੀ ਕਿਹੜੀ ਕਿਹੜੀ ਸਰਕਾਰ, ਸਾਰੀਆਂ ਸਰਕਾਰਾਂ ਹੀ ਇਹਦੇ ਵਾਸਤੇ ਜ਼ਿੰਮੇਦਾਰ ਹੈ। ਔਰ ਇਹ ਬੇਸਿਕਲੀ ਮਿਸਮੈਨੇਜਮੈਂਟ ਹੈ। ਸਰ, ਜਿੱਥੇ ਤੱਕ ਮਿਸਮੈਨੇਜਮੈਂਟ ਦੀ ਗੱਲ ਕੀਤੀ ਹੈ, ਸਵਾਲਾਂ 'ਚੋਂ ਜਵਾਬ ਤੇ ਜਵਾਬਾਂ 'ਚੋਂ ਸਵਾਲ ਕਈ ਵਾਰੀ ਆ ਜਾਂਦੇ ਹੈ। ਤੁਸੀਂ ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਅਕਾਲੀ ਸਰਕਾਰ ਸੀ ਉਹ ਤਾਂ ਕਹਿੰਦੇ ਹੁੰਦੇ ਸੀ ਸਾਡੇ ਕੋਲ ਸਰਪਲਸ ਬਿਜਲੀ ਹੈ। ਜਿਹੜੀ ਹੋਣ ਵਾਲੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਉਹਨਾਂ ਨੇ 300 ਯੂਨਿਟ ਫ੍ਰੀ ਕਰਤੇ ਹੈ। ਪਰਟੀਕੂਲਰ ਚਲੋ ਕੈਟੇਗਰਾਈਜੇਸ਼ਨ ਉਹਦੀ ਕੀਤੀ ਹੈ ਕਿ ਕਿਹਨਾਂ ਨੂੰ 300 ਯੂਨਿਟ ਫ੍ਰੀ ਬਿਜਲੀ ਮਿਲੇਗੀ, ਉਹਦੇ ਬਾਅਦ ਕਿਹਨੂੰ 600 ਜੇ ਉਹਨਾਂ ਦੀ ਹੋਗੀ ਤੇ 601 ਜੇ ਹੁੰਦੀ ਹੈ ਤਾਂ ਕਿਹਨਾਂ ਨੂੰ ਦੇਣੇ ਪੈਣਗੇ, ਉਹ ਇੱਕ ਵੱਖ ਗੱਲ ਹੈ। ਪਰ ਤੁਸੀਂ ਕਿਹਾ ਵੀ ਸਬਸਿਡੀਜ਼ ਦੇ ਮੈਂ ਹੱਕ ਵਿੱਚ ਹੈਗਾ, ਪਰ ਇਹਨਾਂ ਨੇ ਤਾਂ ਬਿਲਕੁਲ ਫ੍ਰੀ ਕੀਤੀ ਹੈ। ਕਰਜ਼ਾ ਪਿੱਛੇ ਇੰਨਾ ਹੈਗਾ। ਸਰਪਲਸ ਦੀ ਗੱਲ ਅਕਾਲੀ ਦਲ ਕਰਦਾ ਸੀਗਾ, ਕੀ ਉਹ ਜਿਹੜੀ ਸਰਪਲਸ ਬਿਜਲੀ ਪਈ ਸੀਗੀ ਸਾਰੀ, ਉਹ ਕਿਤੇ ਆਮ ਆਦਮੀ ਪਾਰਟੀ ਦੇ ਹੱਥ ਲੱਗ ਗਈ ਜਿਹੜੀ ਉਹ ਹੁਣ ਫ੍ਰੀ ਦੇ ਰਹੇ? ਉਹ ਬਿਜਲੀ ਸਰਪਲਸ ਤਾਂ ਮੇਰੇ ਖਿਆਲ ਦੇ ਵਿੱਚ ਹੈ ਹੀ ਨਹੀਂ ਸੀਗੀ ਕਿ ਜੇ, ਕਿਉਂਕਿ ਹੁਣ ਉਹ ਜਿਹੜੇ ਵਾਈਟ ਪੇਪਰ ਆਉਣੇ ਸੀ ਪੀਪੀਏ ਤੇ, ਉਹ ਆਏ ਨਹੀਂ। ਉਹ ਇਕੱਲੇ ਇਕੋਨਮੀ ਦੇ ਵਾਈਟ ਪੇਪਰ ਨਹੀਂ ਸੀ ਆਉਣੇ, ਪੀਪੀਏ ਤੇ ਵੀ ਨਾਲ ਆਉਣੇ ਸੀ ਜਿਹੜੇ ਐਕਸੈਪਟ ਨਹੀਂ ਹੈ, ਜਿਹੜੇ ਅਸਲੀ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਪੀਪੀਏ ਦੇ ਵਿੱਚ ਹੈ ਜਿਹੜੇ ਸਾਈਨ ਹੋਏ ਸੀਗੇ। ਕਿੰਨਾ ਰੌਲਾ ਪਿਆ ਸਭ ਕੁਝ। ਅਲਟੀਮੇਟਲੀ ਕੈਪਟਨ ਸਾਹਿਬ ਨੇ ਕਿਹਾ ਵੀ ਲੀਗਲੀ ਬਹੁਤ ਸਾਊਂਡ ਹੈ, ਅਸੀਂ ਇਹਨਾਂ ਨੂੰ ਇਹਦਾ ਕੁਝ ਨਹੀਂ ਕਰ ਸਕਦੇ। ਹਾਂਜੀ, ਉਹ ਜਿਹੜੇ ਪੀਪੀਏ ਸਾਈਨ ਹੋਏ ਹੋਏ ਹੈ, ਉਹਨਾਂ ਨੇ ਜਿਹੜੇ ਪੰਜਾਬ ਦੀ ਇਕਾਨਮੀ ਹੈ ਉਹਨੂੰ ਇੱਥੇ ਤੱਕ ਲਿਜਾਣ ਦੇ ਵਿੱਚ ਵੀ ਖਾਸਾ ਰੋਲ ਅਦਾ ਕੀਤਾ ਹੈ। ਹਾਂ, ਉਹਦਾ ਰੋਲ ਅਦਾ ਕੀਤਾ ਹੈ। ਸਰਪਲਸ ਬਿਜਲੀ ਦੀ ਗੱਲ ਤੁਹਾਨੂੰ ਯਾਦ ਹੋਵੇ, ਸੁਖਬੀਰ ਸਿੰਘ ਬਾਦਲ ਲੈ ਕੇ ਅਸੀਂ ਪਾਕਿਸਤਾਨ ਨੂੰ ਬਿਜਲੀ ਸਪਲਾਈ ਕਰਾਂਗੇ ਤੇ ਉਹਦੇ ਵਾਸਤੇ ਗ੍ਰਿਡ ਬਣੇਗਾ ਪੱਟੀ 'ਚ। ਇੱਥੋਂ ਤੱਕ ਵੀ ਗੱਲ ਹੋਈ ਸੀਗੀ। ਉਸ ਤੋਂ ਬਹੁਤ ਸਸਤੀ ਕੀਮਤ ਤੇ ਬਿਜਲੀ ਨੈਸ਼ਨਲ ਗ੍ਰਿਡ ਤੇ ਮਿਲਦੀ ਹੈ। ਪ੍ਰੋਬਲਮ ਇਹ ਹੈ ਕਿ ਤੁਹਾਡੇ ਕੋਲ ਇੰਫਰਾਸਟਰਕਚਰ ਉਹ ਬਿਜਲੀ ਲੈਣ ਦਾ ਹੈ ਨਹੀਂ। ਇਹ ਸਿਸਟਮ ਸਾਰਾ ਤੁਹਾਡਾ ਪੁਰਾਣਾ ਹੋ ਚੁੱਕਿਆ ਹੈ। ਗੱਲ ਅਸੀਂ ਪਾਵਰ ਦੀ ਨਹੀਂ, ਗੱਲ ਤੁਸੀਂ ਹੁਣ ਜਿੱਥੋਂ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਹੱਥ ਪਾਵਰ ਆ ਗਈ, ਪਾਵਰ ਇਹਨਾਂ ਦੇ ਹੱਥ ਨਹੀਂ ਆਈ। ਇਹ ਹੁਣ ਇਕੋਨਮੀ ਜਿਸ ਤਰ੍ਹਾਂ ਸ਼ੇਪ ਅਪ ਹੋ ਰਹੀ ਹੈ,
ਇਹ ਹੁਣ ਦੱਸਣ ਕਿ ਇਹਦੇ ਵਾਸਤੇ ਪੈਸਾ ਕਿੱਥੋਂ ਆਏਗਾ। ਮੈਂ ਦੋ ਗੱਲਾਂ ਲੈ ਕੇ ਚੱਲਦਾ ਹੁੰਦਾ। ਇੱਕ ਹੁੰਦੀ ਆ ਪਾਪੂਲਿਸਟ ਸਕੀਮਸ, ਇੱਕ ਹੁੰਦਾ ਸੋਸ਼ਲ ਵੈਲਫੇਅਰ। ਦੋਵਾਂ 'ਚ ਫਰਕ ਹੈ। ਇਹ ਪਾਪੂਲਿਸਟ ਸਕੀਮਸ ਲੈ ਕੇ ਚੱਲੇ ਆ ਜਿੰਨੀਆਂ ਸਰਕਾਰਾਂ ਆਈਆਂ। ਸੋਸ਼ਲ ਵੈਲਫੇਅਰ ਅਮਰੀਕਾ ਦੇ ਵਿੱਚ ਜਿਹੜੀ ਹੈਲਥ ਕੇਅਰ ਹੈ ਉਹ ਸਰਕਾਰ ਵੱਲੋਂ ਇੰਸ਼ੋਰੈਂਸ ਹੈ। ਯੂਰਪੀਅਨ ਕੰਟਰੀ ਦੇ ਵਿੱਚ ਦੇ ਟੇਕ ਕੇਅਰ ਆਫ ਯੋਰ ਹੈਲਥ, ਹਾਂਜੀ ਸਭ ਕੁਛ ਹੈ। ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਈ ਵਾਰੀ ਵੱਡਾ ਏਜੰਡਾ ਹੁੰਦਾ ਹੈਲਥ ਦਾ, ਕਿੰਨਾ ਬਜਟ ਹੈ, ਕੀ ਹੈ ਕੀ ਨਹੀਂ, ਸਾਰਾ ਕੁਛ ਹੁੰਦਾ ਹੈ। ਲੇਕਿਨ ਜਿਸ ਤੱਕ ਨਾਲ ਸਾਡੇ ਚੱਲ ਰਿਹਾ ਹੈ ਇਹ ਪਾਪੂਲਿਸਟ ਹੈ। ਤੁਸੀਂ ਰਿਸੋਰਸਿਸ ਨਾਲ ਮੋਬਿਲਾਈਜ਼ ਕਰੋ, ਬਿਨਾਂ ਰਿਸੋਰਸਿਸ ਮੋਬਿਲਾਈਜ਼ ਕੀਤੇ ਤੇ ਅਲਟੀਮੇਟਲੀ ਲੋਕ ਇਹ ਕਿਉਂ ਨਹੀਂ ਸਮਝਦੇ ਕਿ ਉਹਨਾਂ ਤੇ ਹੀ ਬੋਝ ਪੈਣਾ। ਜੇ ਰਿਸੋਰਸ ਮੋਬਿਲਾਈਜ਼ ਕਰੋਗੇ ਉਹਨੂੰ ਫਾਈਨਾਂਸ ਕਰਨ ਵਾਸਤੇ ਜਿਹੜਾ ਪੈਸਾ ਆਏਗਾ ਤੁਹਾਡੇ ਤੇ ਹੀ ਟੈਕਸ ਲੱਗੇਗਾ ਨਾ। ਅਲਟੀਮੇਟਲੀ ਜਿਹੜਾ ਤੁਸੀਂ ਸੋਚ ਰਹੇ ਹੋ ਕਿ ਸਾਨੂੰ ਫ੍ਰੀ 'ਚ ਮਿਲ ਰਿਹਾ ਹੈ ਤਾਂ ਉਹ ਦੂਜਾ ਕੰਨ ਤੁਹਾਡਾ ਫੜਿਆ ਜਾਏਗਾ। ਉੱਥੇ ਗੜਬੜ ਸਾਰੀ। ਇਹ ਜਿਹੜੀ ਪਾਵਰ ਹੁਣ ਇਹਨਾਂ ਨੇ ਫ੍ਰੀ ਕੀਤੀ ਹੈ, ਨਾਲ ਹੀ ਕੰਟਰੋਵਰਸੀ ਸ਼ੁਰੂ ਹੋ ਗਈ। ਜਨਰਲ ਕੈਟੇਗਰੀ ਕਹਿ ਰਹੀ ਹੈ ਵੀ ਡਿਸਕ੍ਰਿਮੀਨੇਟਰੀ ਹੈ। ਅੱਜ ਦੋ ਥਾਂ 'ਤੇ ਧਰਨੇ ਲੱਗੇ ਹੋਏ ਹੈ। ਜ਼ਿਆਦਾ ਕਰਾਸ ਦੀ ਵੋਟ ਤੁਸੀਂ ਕਰ ਦਿਓ, ਭਾਵੇਂ ਦੂਸਰੀ ਵੋਟ ਫ੍ਰੀ ਕਰ ਦਿਓ ਜੇ ਕਰਨੀ ਹੀ ਹੈ। ਤੇ ਜਾਂ ਤੁਸੀਂ ਜਿਹੜਾ ਟੈਰਿਫ ਹੈ ਅਲਟੀਮੇਟਲੀ ਘਟਾਓ, ਜਿਸ ਤਰ੍ਹਾਂ ਚੰਡੀ ਗੌਰਮੈਂਟ ਨੇ ਕੀਤਾ ਸੀ। ਪੰਜਾਬ ਦੇ ਵਿੱਚ ਟੈਰਿਫ ਸਭ ਤੋਂ ਜ਼ਿਆਦਾ ਹੈ ਹਿੰਦੁਸਤਾਨ ਦੇ ਵਿੱਚ। ਇਸ਼ੂ ਤਾਂ ਉਹ ਹੈ ਬੇਸਿਕਲੀ। ਸਰ ਉਸ ਇਸ਼ੂ ਨੂੰ ਇਹ ਸਰਕਾਰ ਇਹ ਵੀ ਤਾਂ ਕਹਿ ਸਕਦੀ ਹੈ ਕਿ ਜਿਹੜੇ ਪੀਪੀਏ ਕੀਤੇ ਹੋਏ ਆ ਉਹ ਇੱਕ ਬਹੁਤ ਵੱਡਾ ਕਾਰਨ ਸੀਗਾ, ਕਿਉਂਕਿ ਜਿਹੜੇ ਆਲਰੇਡੀ ਬਿਜਲੀ ਜਿਹੜੀ ਇਹ ਮਹਿੰਗੀ ਚੱਲ ਰਹੀ ਹੈ ਹੁਣ ਉਹ ਕਿਵੇਂ ਟੁੱਟਣਗੇ ਜਾਂ ਉਸ ਦੀ ਇਹ ਕਿਸ ਤਰ੍ਹਾਂ ਤੋੜ ਕੱਢਦੇ ਆ। ਬਾਕੀ ਇਹ ਫ੍ਰੀ ਬਿਜਲੀ ਕਿਸ ਤਰੀਕੇ ਨਾਲ ਦੇਣਗੇ, ਕਿਉਂਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਕਿਤੇ ਨਾ ਕਿਤੇ ਜਿਹੜਾ ਖਜ਼ਾਨਾ ਹੈਗਾ, ਜਿਹੜੀ ਫਿਰ ਉਹੀ ਕਰਜ਼ੇ ਤੇ ਆਪਾਂ ਵਾਪਸ ਆਉਂਦੇ ਹਾਂ, ਉਸ ਦੇ ਨਾਲ ਜੁੜੀਆਂ ਹੋਈਆਂ ਨੇ। ਨਵੀਂ ਸਰਕਾਰ ਆਈ ਹੈ, ਕਈ ਲੋਕ ਕਹਿੰਦੇ ਕਿ ਬੈਨੀਫਿਟ ਆਫ ਡਾਊਟ ਹਜੇ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ। ਨਵੀਂ ਸਰਕਾਰ ਹੈ, ਸਾਰੇ ਨਵੇਂ ਲੋਕ ਨੇ, ਇਹਨਾਂ ਨੇ ਸਰਕਾਰ 'ਚ ਪਹਿਲੀ ਵਾਰ ਆਏ ਨੇ, ਟ੍ਰੈਜਰੀ ਬੈਂਚਸ ਤੇ ਪਹਿਲੀ ਵਾਰ ਆਏ ਨੇ। ਹਜੇ ਹੌਲੀ ਹੌਲੀ ਕਰਕੇ ਚੀਜ਼ਾਂ ਨੂੰ ਇਹ ਕਰਨਗੇ। ਬਟ ਜੇ ਸਰਕਾਰ ਵੱਲ ਦੇਖੀਏ ਜਾਂ ਇਸ ਪਾਰਟੀ ਦੀ ਕਮਿਟਮੈਂਟ ਜਾਂ ਗਰੰਟੀਜ਼ ਦੀ ਗੱਲ ਕਰੀਏ ਤੇ ਉਹਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਜਿਹੜਾ ਰੋਡ ਮੈਪ ਹੈਗਾ ਆਲਰੇਡੀ ਅਸੀਂ ਲੇਆਊਟ ਜਿਹੜਾ ਹੈਗਾ ਉਹ ਚੌਕ ਆਊਟ ਕੀਤਾ ਹੋਇਆ। ਸਾਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਕਿਹੜੀਆਂ ਗਰੰਟੀਆਂ ਕਦੋਂ ਪੂਰੀਆਂ ਕਰਨੀਆਂ। ਕੇਜਰੀਵਾਲ ਜੀ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਾਡੇ ਕੋਲ 3 ਮਹੀਨੇ ਦੇ ਅਗਲੇ ਦੇ ਪੈਸੇ ਹੈਗੇ, ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਤੇ ਹੁਣ ਕਰਨ ਤੇ ਉਹ ਤਾਂ ਹਾਲੇ ਪੂਰਾ ਨਹੀਂ ਕੀਤਾ। ਤੇ ਇਹਨਾਂ ਨੇ ਕੇਂਦਰ ਤੋਂ ਤਾਂ ਪੈਸਾ ਪਹਿਲਾਂ ਹੀ ਮੰਗ ਰਿਹਾ। ਜੇ ਇਹਨਾਂ ਕੋਲ ਅਰੇਂਜਮੈਂਟ ਸੀ, ਕੇਜਰੀਵਾਲ ਜੀ ਨੂੰ ਪੰਜਾਬ ਦੀ ਇਕਾਨਮੀ ਦਾ ਪੂਰਾ ਗਿਆਨ ਹੈ, ਕਿਉਂਕਿ ਉਹ ਲਗਾਤਾਰ ਬਰੀਫਿੰਗ ਮੇਰੇ ਖਿਆਲ 'ਚ ਲੈ ਰਹੇ ਸੀਗੇ। ਹੁਣ ਕਿਹਾ ਤਾਂ ਇਹ ਜਾਂਦਾ ਹੈ ਕਿ ਪੰਜਾਬ ਦੀ ਮਾਈਕਰੋ ਮੈਨੇਜਮੈਂਟ ਦਿੱਲੀ ਤੋਂ ਹੋ ਰਹੀ ਹੈ। ਪੰਜਾਬ ਦੀਆਂ 2 ਸਰਕਾਰਾਂ ਹੈ, ਇੱਕ ਦਿੱਲੀ ਤੋਂ ਕੰਟਰੋਲ ਹੋ ਰਹੀ ਹੈ, ਇੱਕ ਪੰਜਾਬ ਤੋਂ ਹੋ ਰਹੀ ਹੈ। ਇਕਾਨਮੀ ਉਹ ਦੇਖ ਰਹੇ ਹੈ ਵੀ ਕੀ ਸਟੈਪਸ ਲੈਣੇ, ਕਿਸ ਤਰ੍ਹਾਂ ਜਿਹੜੀ ਤੁਹਾਡਾ ਮੈਨੀਫੈਸਟੋ ਹੈ ਉਹਦੀ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋਣੀ ਹੈ, ਉਹ ਦਿੱਲੀ ਵਾਲੇ ਦੇਖ ਰਹੇ ਹੈ। ਤੇ ਇਹ ਦੇਖਣ ਵੀ ਇਹ ਹੁਣ ਕਿਸ ਤਰ੍ਹਾਂ ਸਾਰਾ ਕੁਝ ਅੱਗੇ ਚੱਲੇਗਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪਹਿਲੇ ਸਾਲ ਹੀ ਸਾਰੇ ਵਾਅਦੇ ਇੰਪਲੀਮੈਂਟ ਕਰੋ, ਟਾਈਮ ਲੱਗਦਾ ਹੈ। ਅਸੀਂ ਮੰਨ ਕੇ ਚੱਲਦੇ ਹਾਂ ਸਰਕਾਰ ਨਵੀਂ ਹੈ, ਬਿਊਰੋਕ੍ਰੇਸੀ ਤਾਂ ਉਹੀ ਹੁੰਦੀ ਹੈ, ਰਿਕਾਰਡ ਸਾਰਾ ਪਿਆ ਹੁੰਦਾ ਤੇ ਪਹਿਲੇ ਮਹੀਨੇ ਹੀ ਪਤਾ ਲੱਗ ਜਾਂਦਾ ਹੈ ਕਿ ਸਿਚੁਏਸ਼ਨ ਕੀ ਹੈ। ਇਹ ਪਹਿਲੀ ਵਾਰੀ ਇਹ ਲੋਕ ਪਾਵਰ 'ਚ ਪੰਜਾਬ ਦੇ ਵਿੱਚ ਆਏ ਹੈ, ਲੇਕਿਨ ਬਿਊਰੋਕ੍ਰੇਸੀ ਦਾ ਸਾਰਾ ਤੁਹਾਨੂੰ ਆਉਣ ਸਾਰੇ ਬਰੀਫ ਕਰਤਾ ਕਿ ਆਹ ਸਿਚੁਏਸ਼ਨ ਹੈ, ਆਹ ਦੱਸੋ ਵੀ ਕੀ ਕਰਨਾ ਹੈ। ਹੁਣ ਇੱਥੇ ਸਮੱਸਿਆ ਇੱਕ ਹੋਰ ਹੈ ਜਿਹੜੀ ਪਹਿਲਾਂ ਨਹੀਂ ਸੀ ਹੁੰਦੀ। ਆਪ ਦੀ ਜਿਹੜੀ ਪੰਜਾਬ ਸਰਕਾਰ ਹੈ, ਇਹ ਜਿਸ ਢੰਗ ਨਾਲ ਇਹ ਆਪਣਾ ਐਕਟ ਕਰ ਰਹੀ ਹੈ, ਪਹਿਲਾਂ ਦਿੱਲੀ ਦੇ ਸਿਰ ਤੇ ਪੰਜਾਬ ਦੀ ਇਲੈਕਸ਼ਨ ਲੜੀ ਆਪ ਨੇ, ਹੁਣ ਪੰਜਾਬ ਦੇ ਸਿਰ ਤੇ ਆਪ ਵਾਲੇ ਹਿਮਾਚਲ ਦੀ ਇਲੈਕਸ਼ਨ ਲੜਨਾ ਚਾਹੁੰਦੇ ਆ। ਹੈਵੀ ਐਡ, ਬਹੁਤ ਹੈਵੀ, ਹਿੰਦੀ ਦੇ ਵਿੱਚ ਵੀ, ਜਿਹਦੀ ਲੋੜ ਨਹੀਂ ਗਈ, ਕੀ ਲੋੜ ਹੈਗੀ ਇਹਦੀ। ਸੋ ਜਿਹੜਾ ਇਹ ਆਸਪੈਕਟ ਹੈ ਨਾ, ਇਹ ਪਹਿਲੀ ਵਾਰੀ ਸਾਹਮਣੇ ਆ ਰਿਹਾ ਹੈ ਕਿ ਇੱਕ ਸਟੇਟ ਜਿੱਤ ਕੇ ਉਹਦੀ ਕਾਸਟ ਤੇ ਦੂਸਰੀ ਥਾਂ ਤੇ ਇਲੈਕਸ਼ਨ ਲੜੀ ਜਾਵੇ। ਆਪਾਂ ਗੱਲ ਤਾਂ ਇਕਾਨਮੀ ਦੀ ਕਰ ਰਹੇ ਸੀਗੇ, ਇਕਾਨਮੀ ਤਾਂ ਇਹਦੇ ਨਾਲ ਜੁੜੀ ਹੋਈ ਹੈ ਨਾ, ਤੇ ਜਿਹੜੀ ਫਾਈਨੈਂਸਿੰਗ ਹੈ ਸਾਰੀ ਉਹ ਕਿੱਥੋਂ ਹੋ ਰਹੀ ਹੈ।
ਸਰ ਇਕਨੋਮੀ ਵਾਕਈ ਸਵਾਲ ਤਾਂ ਵੱਡਾ ਹੈ, ਖਾਸ ਕਰਕੇ ਜੇ ਗੱਲ ਕਰੀਏ ਖਾਸ ਕਰਕੇ ਪੰਜਾਬ ਦੇ ਲਈ, ਕਿਉਂਕਿ ਜੇ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰੀਏ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਇਹਦੇ ਆਸ-ਪਾਸ ਸੀਗੇ ਔਰ ਹਮੇਸ਼ਾ ਹੀ ਜਿਹੜਾ ਬਜਟ ਸੈਸ਼ਨ ਆਂਦਾ ਸੀ ਜਾਂ ਬਜਟ ਦੇ ਵਿੱਚ ਇਹ ਗੱਲਾਂ ਜਿਹੜੀਆਂ ਬਾਰ-ਬਾਰ ਕੀਤੀਆਂ ਜਾਂਦੀਆਂ ਸੀ, ਹਰ ਵਾਰ ਕਰਜ਼ਾ ਵੱਧਦਾ ਹੀ ਦਿਖਾਈ ਦਿੰਦਾ ਸੀ। ਮਨਪ੍ਰੀਤ ਬਾਦਲ ਹੋਣਾ ਨੇ ਤਾਂ ਖਾਸ ਕਰਕੇ ਲੋਕ ਉਹਨਾਂ ਲਈ ਕਹਿਣ ਹੀ ਲੱਗ ਪਏ ਸੀ ਵੀ ਇਹ ਖਜ਼ਾਨਾ ਮੰਤਰੀ ਘੱਟ ਨੇ ਤੇ ਇਹ ਖਾਲੀ ਮੰਤਰੀ ਜ਼ਿਆਦਾ ਨੇ, ਵੀ ਇਹਨਾਂ ਦੀ ਜਿਹੜਾ ਪੀਪਾ ਹੈ ਖਜ਼ਾਨਾ ਹਮੇਸ਼ਾ ਖਾਲੀ ਰਹਿੰਦਾ ਹੈ, ਖਜ਼ਾਨਾ ਖਾਲੀ ਮੰਤਰੀ ਹੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ। ਤੇ ਇਸ ਤਰੀਕੇ ਦੇ ਨਾਲ ਹੁਣ ਨਵੀਂ ਜਿਵੇਂ ਸਰਕਾਰ ਆਈ ਹੈ ਇਸ ਟਾਈਮ, ਜਿਹੜੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਨੇ ਇਸ ਟਾਈਮ ਤੇ ਨਾਲ ਹੀ ਸਰਕਾਰ ਦਾ ਆਪਣਾ ਇੱਕ ਤਰੀਕਾ ਤੌਰ ਹਜੇ ਜਿਹੜਾ ਉਹ ਕਾਰ ਦੇਖਣ ਨੂੰ ਮਿਲ ਰਿਹਾ ਵੀ ਕਿਸ ਤਰੀਕੇ ਨਾਲ ਉਹ ਅੱਗੇ ਚੱਲਣਗੇ। ਪਰ ਉਹਨਾਂ ਨੇ ਜਿਹੜੀ ਵਿੱਚੋਂ ਗੱਲ ਨਵੇਂ ਤੌਰ ਤੇ ਸਮਝ ਆਈ ਹੈ, ਕਿਉਂਕਿ 1 ਮਹੀਨਾ ਹੀ ਹਜੇ ਹੋਇਆ ਹੈ। ਕੱਲ ਤੁਸੀਂ ਖਬਰਾਂ ਦੇਖੀਆਂ ਪੜ੍ਹੀਆਂ ਹੋਣਗੀਆਂ, ਉਹਦੇ ਵਿੱਚ ਆ ਰਿਹਾ ਹੈ ਕਿ ਹਰ ਮਹੀਨੇ ਮੁੱਖ ਮੰਤਰੀ ਜਿਹੜਾ ਆਪਣੇ ਮੰਤਰੀਆਂ ਦੀਆਂ MLAs ਦੀਆਂ ਉਹਨਾਂ ਦੀਆਂ ਮੀਟਿੰਗਾਂ ਲਿਆ ਕਰਨਗੇ। ਜਦੋਂ ਨਵੀਂ ਸਰਕਾਰ ਬਣ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਕਾਰਕੁਨ ਨੇ, ਚਾਹੇ ਉਹ ਮੰਤਰੀ ਦੇ ਰੂਪ 'ਚ ਨੇ ਚਾਹੇ ਉਹ ਸਾਡੇ MLAs ਦੇ ਰੂਪ 'ਚ ਨੇ, ਉਹ ਆਪਣੇ ਆਪਣੇ ਖੇਤਰਾਂ ਦੇ ਵਿੱਚ ਕੰਮ ਕਰਨਗੇ। ਉਹਨਾਂ ਨੂੰ ਵਰਕ ਜਿਹੜਾ ਹੈ ਉਹ ਟਾਸਕ ਅਸਾਈਨ ਕੀਤੇ ਗਏ ਨੇ, ਡਿਫਰੈਂਟ ਟਾਸਕ ਅਸਾਈਨ ਕੀਤੇ ਗਏ ਨੇ। ਤੇ ਉਹਦੇ ਵਿੱਚ ਕੱਲ ਜਿਸ ਤਰ੍ਹਾਂ ਮੀਟਿੰਗ ਹੋਈ ਹੈ, ਪਾਰਟਿਕੂਲਰ ਹਲਕਿਆਂ ਦੇ ਬੰਦੇ ਮੁੱਖ ਮੰਤਰੀ ਨੂੰ ਜਿਵੇਂ ਮਿਲਣ ਆਏ ਨੇ, ਉਹਦੇ ਵਿੱਚ ਉਹਨਾਂ ਨੇ ਆਪਣੀ ਇੱਕ ਤਰ੍ਹਾਂ ਦੀ ਰਿਪੋਰਟ ਕਾਰਡ ਮਹੀਨੇ ਦੀ ਕਿ ਉਹਨਾਂ ਨੇ ਉੱਥੇ ਕੰਮ ਕੀਤੇ, ਕਿਤੇ ਰੇਡਸ ਕੀਤੀਆਂ, ਜਿੱਦਾਂ ਜਿਸ ਤਰੀਕੇ ਨਾਲ ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਨੇ ਕਿਹਾ ਕਿ ਅਸੀਂ ਖਜ਼ਾਨੇ ਨੂੰ ਲੈ ਕੇ ਜਿਹੜੀ ਲੋਨਸ ਨੇ ਉਹ ਕਿਵੇਂ ਚੜੇ, ਉਸ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਡਿਸਟ੍ਰੀਬਿਊਸ਼ਨ ਆਫ ਮਨੀ ਪਹਿਲੇ ਕਿੱਥੇ ਕਿੱਥੇ ਹੋਈ ਹੈ, ਕਿਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹੈ। ਅਸੀਂ ਆਪਣੇ ਹਲਕਿਆਂ ਦੀ ਕਰ ਰਹੇ ਹਾਂ, ਮੰਤਰੀ ਜਾਂ ਬਾਕੀ ਜਿਹੜੇ ਨੇ ਉਹ ਵੀ ਕਾਗਜ਼ ਜਾਂ ਚੀਜ਼ਾਂ ਪਿਛਲੀਆਂ ਦੇਖਣਗੇ ਵੀ ਕਿੱਥੇ ਕਿੰਨੀ ਪੈਸੇ ਲਏ ਗਏ, ਕਿੰਨੇ ਉਹ ਖਰਚ ਕੀਤੇ ਗਏ, ਖਰਚਾ ਕੀ ਹੋਇਆ ਤੇ ਲਾਗਤ ਕੀ ਹੋਈ ਔਰ ਕਿਹੜੇ ਪ੍ਰੋਜੈਕਟਸ ਜਾਂ ਕਿੱਥੇ ਕਿੱਥੇ ਹੋਏ। ਉਹਦੇ ਵਿੱਚ ਵੀ ਉਸ ਚੀਜ਼ ਨੂੰ ਪਹਿਲੇ ਪੜ੍ਹਿਆ ਸਮਝਿਆ ਜਾਵੇਗਾ ਕਿ ਕਿਸ ਤਰੀਕੇ ਨਾਲ ਖਰਚੇ ਵਧੇ ਜਾਂ ਘਟੇ ਜਾਂ ਕਿਸ ਤਰ੍ਹਾਂ। ਉਹਦੇ ਨਾਲ ਹੀ ਇੱਕ ਇੰਟਰਸਟਿੰਗ ਗੱਲ ਹੋ ਰਿਹਾ, ਜਿਹੜੇ ਆਉਂਦੇ ਹੀ ਇਸ ਸਰਕਾਰ ਨੇ ਜਿਹੜੇ ਪਹਿਲੇ ਤੋਂ ਮੰਤਰੀ ਸੀਗੇ ਜਾਂ ਪਹਿਲੇ ਤੋਂ VIPs ਸੀਗੇ, ਉਹਨਾਂ ਦੀ ਕਾਫੀ ਚੀਜ਼ਾਂ ਕੱਟ ਡਾਊਨ ਕੀਤੀਆਂ, ਜਿਵੇਂ ਸਿਕਿਉਰਿਟੀ ਕੀਤੀ। ਪਿੱਛੇ ਬਹੁਤ ਸਾਰੀ ਚਿੱਠੀਆਂ ਨਿਕਲ ਕੇ ਆਈਆਂ ਜਿਹਦੇ ਵਿੱਚ ਉਹਨਾਂ ਨੂੰ ਜਿਹੜੀਆਂ ਇਕਵਿਪਮੈਂਟਸ ਜਾਂ ਘਰਾਂ ਦੇ ਵਿੱਚ ਸਮਾਨ ਪ੍ਰੋਵਾਈਡ ਕੀਤੇ ਹੋਏ ਸੀਗੇ ਉਹ ਵਾਪਸ ਲਏ ਗਏ। ਬਹੁਤ ਸਾਰੀਆਂ ਗੱਲਾਂ ਨੇ ਔਰ ਨਾ ਕਰਦੇ ਕਿਤੇ ਨਾ ਕਿਤੇ ਖਜ਼ਾਨੇ ਦੇ ਨਾਲ ਜਾਂ ਖਰਚੇ ਦੇ ਨਾਲ ਤਾਂ ਘੱਟੋ ਘੱਟ ਐਕਸਪੈਂਡੀਚਰ ਦੇ ਨਾਲ ਤਾਂ ਜੁੜੀਆਂ ਹੀ ਹੁੰਦੀਆਂ। ਦੇਖੋ, ਪੰਜਾਬ ਦੇ ਵਿੱਚ ਲੁੱਟ ਪਈ ਰਹੀ ਹੈ। ਮੈਂ ਛੋਟੀ ਜਿਹੀ ਇੱਕ ਇਨਫੋਰਮੇਸ਼ਨ ਸ਼ੇਅਰ ਕਰੂੰ ਵੀ ਪੈਸਾ ਕਿੱਧਰ ਗਿਆ। ਮੈਨੂੰ ਆਪਣੀ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਅਸੀਂ ਬਰੇਟੇ ਵਾਲੇ ਪਾਸੇ ਪਹੁੰਚੇ, ਮੇਰਾ ਇੱਕ ਦੋਸਤ ਨਾਲ ਸੀਗਾ, ਉਹ ਸਾਨੂੰ ਕੱਲ੍ਹ ਹੀ 4-5 ਮਿਲ ਗਏ। ਉਹ ਕਹਿੰਦੇ ਜੀ, ਸ਼ਾਇਦ ਬੋਹੇ ਦੀ ਗੱਲ ਕਰ ਰਹੇ ਸੀ, ਉਹ ਕਹਿੰਦੇ ਇਸ ਪਿੰਡ ਦੇ ਵਿੱਚ ਸੰਗਤ ਦਰਸ਼ਨ ਦੇ ਵਿੱਚ 32 ਕਰੋੜ ਰੁਪਈਆ ਵੰਡਿਆ ਗਿਆ ਹੈ, ਸਰਪੰਚ ਅਕਾਲੀ ਹੈ। ਉਹ ਕਹਿੰਦੇ ਤੁਹਾਨੂੰ ਦਿਖਾ ਦਿੰਦੇ ਪਿੰਡ ਚੱਲ ਕੇ, ਕਿਤੇ ਲੱਗਿਆ ਹੋਵੇ ਸਾਨੂੰ ਦਿਖਾ ਦਿਓ। ਕਹਿੰਦੇ ਅਸੀਂ ਦੂਸਰੇ ਗਰੁੱਪ ਵਾਲੇ ਹਾਂ ਅਕਾਲੀ ਦਲ ਦੇ ਵਿੱਚ, ਅਸੀਂ ਵੋਟਾਂ ਨਹੀਂ ਪਾਉਣੀਆਂ। ਉਹ ਕਹਿੰਦੇ ਸਾਰਾ ਪੈਸਾ ਹੀ ਖਾਧਾ ਗਿਆ। ਜਿਹੜਾ ਸੰਗਤ ਦਰਸ਼ਨ ਦਾ ਪੈਸਾ ਹੈ ਉਹ ਇਸ ਤਰ੍ਹਾਂ ਹੀ ਵੰਡਿਆ ਗਿਆ ਹੈ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ ਹੈ। ਇਹ ਕਦੇ ਹੋਇਆ ਕਿ ਸਰਕਾਰ ਪੈਸੇ ਖਰਚ ਰਹੀ ਹੋਵੇ ਸੈਂਕੜੇ ਕਰੋੜ ਤੇ ਉਹਦੀ ਅਕਾਊਂਟੇਬਿਲਿਟੀ ਨਾ ਹੋਵੇ, ਪੈਸਾ ਕਿੱਧਰ ਗਿਆ? ਉਹਨੇ ਜੇ ਸਿਸਟਮੈਟਿਕਲੀ ਪਿੰਡਾਂ ਦੀ ਡਿਵੈਲਪਮੈਂਟ ਉਹ ਪੈਸਾ ਖਰਚੇ ਕੀਤੀ ਜਾਂਦੀ ਤੇ ਫਿਰ ਅੱਜ ਵੀ ਗਲੀਆਂ ਤੇ ਨਾਲੀਆਂ ਦੀ ਗੱਲ ਕਿਉਂ ਹੋ ਰਹੀ ਹੈ ਇੱਥੇ ਹੀ? ਹਾਂ, ਇੱਥੇ ਕਿਉਂ ਪੰਜਾਬ ਅੱਜ ਵੀ ਗਲੀਆਂ ਤੇ ਨਾਲੀਆਂ ਦੀ ਗੱਲ ਕਰ ਰਿਹਾ ਹੈ? ਇਹ ਮਾਈਕਰੋ ਲੈਵਲ ਤੇ ਮੈਕਰੋ ਲੈਵਲ ਤੇ ਐਕਸਪੈਂਡ ਕਰ ਦਿਓ। ਇੱਥੇ ਸਾਰੀ ਮਿਸਮੈਨੇਜਮੈਂਟ ਇਕਨੋਮੀ ਦੀ ਹੋਈ ਹੈ। ਪੈਸਾ ਕਿੱਥੇ ਗਿਆ ਉਹ ਸਰਕਾਰ ਇਨਕੁਆਇਰੀ ਕਰੇ, ਗੱਲ ਸਾਹਮਣੇ ਆਵੇ। ਅਸਲੀ ਇਹ ਦਲੇਰੀ ਦਿਖਾਉਣ, ਐਕਸਪੋਜ਼ ਕਰਨ ਦੀ, ਕਿਉਂਕਿ ਬਿਊਰੋਕ੍ਰੇਸੀ ਵੀ ਇਨਵੋਲਵ ਹੈ। ਗੱਲ ਸਿਰਫ ਪੋਲੀਟੀਕਲ ਕਲਾਸ ਦੀ ਨਹੀਂ ਹੈ, ਇੱਕ ਨੈਕਸਸ ਹੈ ਪੰਜਾਬ ਦਾ, ਬਿਊਰੋਕ੍ਰੇਸੀ ਤੇ ਪੋਲੀਟੀਕਲ ਕਲਾਸ ਦਾ। ਲੋਕਾਂ ਨੇ ਜਿਹੜੀ ਪਹਿਲੀ ਕਲਾਸ ਸੀ ਪੋਲੀਟੀਕਲ ਐਲੀਟ, ਉਹ ਹਰਾਤੀ। ਆਪ ਹੁਣ ਇੱਥੋਂ ਅੱਗੇ ਚੱਲੇ। ਜੇ ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਹੈ, ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਨ ਤੇ ਆਪਣਾ ਏਜੰਡਾ ਰੋਡ ਮੈਪ ਪੰਜਾਬ ਦਾ ਸਾਹਮਣੇ ਲੈ ਕੇ ਆਉਣ, ਤਾਂ ਗੱਲ ਬਣੇਗੀ।
ਸਰ ਸ਼ਾਇਦ ਉਹਦੀ ਸ਼ੁਰੂਆਤ ਤੁਹਾਨੂੰ ਲੱਗਦਾ ਹੈ ਕੀਤੀ ਹੈ ਕਿਸੇ ਤਰੀਕੇ ਨਾਲ, ਕਿਉਂਕਿ ਜਦੋਂ ਪਿੱਛੇ ਬੈਗੇਜ ਇੰਨਾ ਜ਼ਿਆਦਾ ਹੋਵੇ ਤਾਂ ਸ਼ਾਇਦ ਉਹਨੂੰ ਕਿਤੇ ਨਾ ਕਿਤੇ ਟਾਈਮ ਵੀ ਲੱਗਦਾ ਹੈ, ਕਿਉਂਕਿ ਹਜੇ ਨਵੀਂ ਸਰਕਾਰ ਬਣੀ ਹੈ। ਤੁਹਾਡੀ ਗੱਲ ਠੀਕ ਹੈ ਕਿ ਬਿਊਰੋਕ੍ਰੇਸੀ ਚਾਹੇ ਉਹ ਹੈਗੀ ਹੈ, ਪਰ ਬਿਊਰੋਕ੍ਰੇਸੀ 'ਚ ਵੀ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ 'ਚ ਬੜੇ ਤਾਬੜਤੋੜ ਤਰੀਕੇ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਉਹ ਚੇਂਜਸ ਆਏ ਨੇ। ਟ੍ਰਾਂਸਫਰਸ ਲਗਾਤਾਰ ਹੋ ਰਹੀਆਂ ਨੇ ਔਰ ਕਾਫੀ ਜ਼ਿਆਦਾ ਹੋ ਰਹੀਆਂ ਨੇ। ਟ੍ਰਾਂਸਫਰਸ ਪਹਿਲੇ ਵੀ ਹੁੰਦੀਆਂ ਸੀ, ਪਰ ਐਤਕੀ ਬਹੁਤ ਉਹੀ ਵਾਲੀ ਗੱਲ ਹੈ ਕਿ ਮਾਈਕਰੋ ਤੋਂ ਮੈਕਰੋ ਲੈਵਲ ਤੱਕ ਸਾਰੀ ਜਗ੍ਹਾ ਤੋਂ ਉੱਪਰ ਤੋਂ ਥੱਲੇ ਤੱਕ ਕਾਫੀ ਚੇਂਜਸ ਆ ਰਹੇ ਨੇ। ਸ਼ਾਇਦ ਇਹ ਵੀ ਇੱਕ ਰੀਜ਼ਨ ਹੈਗਾ ਚੀਜ਼ਾਂ ਨੂੰ ਚੇਂਜ ਕਰਨ ਦਾ, ਔਰ ਖਾਸ ਕਰਕੇ ਮੈਨੇਜਮੈਂਟ ਨੂੰ ਸਹੀ ਕਰਨ ਦਾ ਕਿਸੇ ਤਰੀਕੇ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਕਹਿ ਤਾਂ ਰਹੀ ਹੈ ਕਿ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹ ਤਬਦੀਲੀ ਲੈ ਕੇ ਆਏਗੀ, ਸਾਨੂੰ ਵਕਤ ਚਾਹੀਦਾ ਹੈ। ਦੇਖੋ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਸਾਰੀ ਓਵਰਆਲਿੰਗ ਹੋ ਰਹੀ ਹੈ। ਤੇ ਇੰਟਰਸਟਿੰਗ ਪਾਰਟ ਹੋਰ ਵੀ ਇਹਦੇ ਵਿੱਚ ਕਿ ਜਿਹੜੇ ਅਫਸਰ ਹਮੇਸ਼ਾ ਹੀ ਫੀਲਡ ਦੇ ਵਿੱਚ ਰਹੇ ਹੈ ਉਹ ਫਿਰ ਫੀਲਡ ਪੋਸਟਿੰਗ ਲੈ ਗਏ, ਉਹ ਤਾਂ ਬਦਲੇ ਨਹੀਂ ਗਏ। ਉਹ ਹਰ ਸਰਕਾਰ ਦੇ ਚਹੇਤੇ ਕਿਉਂ ਹੋ ਜਾਂਦੇ। IAS ਦੇ ਵਿੱਚ ਵੀ IPS ਦੇ ਵਿੱਚ ਵੀ ਤੁਹਾਨੂੰ ਐਸੇ ਬੜੇ ਸੱਜਣ ਮਿਲ ਜਾਣਗੇ ਜਿਨ੍ਹਾਂ ਨੂੰ ਕਦੇ ਕੋਈ ਹਿਲਾ ਹੀ ਨਹੀਂ ਸਕਿਆ। ਇਹ ਸਰਕਾਰ ਵੀ ਨਹੀਂ ਹਿਲਾ ਸਕੀ। ਇੱਕ ਅਫਸਰ ਮੈਂ ਦੇਖਿਆ ਜਿਹੜਾ ਇਹਨਾਂ ਨੇ ਹਿਲਾਇਆ, ਮੁੜ ਕੇ ਅਗਲੇ ਦਿਨ ਫਿਰ ਫੀਲਡ ਦੇ ਵਿੱਚ ਭੇਜਤਾ। ਸੋ ਜਿਨ੍ਹਾਂ ਨੇ ਵਧੀਆ ਪੋਸਟਿੰਗ ਲੈਣੀ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਸਰਕਾਰ ਕਿਹੜੀ ਆਈ ਹੈ। ਉਹ ਤਾਂ ਇੱਥੇ ਵੀ ਉਹਨਾਂ ਦਾ ਦਬਦਬਾ ਕਾਇਮ ਹੈ, ਉਹ ਇੱਥੇ ਵੀ ਕਰ ਰਹੇ ਹੈ। ਹਾਂਜੀ, ਤੇ ਇਹ ਹੋਇਆ ਕਰਦੀਆਂ ਸਾਰੀਆਂ ਟ੍ਰਾਂਸਫਰ ਪੋਸਟਿੰਗ। ਇਹ ਹੈ ਕਿ ਜਿਹੜੀ ਹੁਣ ਪਾਲਿਸੀ ਇਹਨਾਂ ਦੀ ਅਸਲੀ ਸਾਹਮਣੇ ਆਏਗੀ ਜਦੋਂ ਇਹਨਾਂ ਦਾ ਬਜਟ ਪੇਸ਼ ਹੋਏਗਾ, ਉਹਦੇ ਵਿੱਚ ਆਏਗੀ। ਉਸ ਤੋਂ ਪਹਿਲਾਂ ਇਸ ਸਰਕਾਰ ਦੀ ਅਸੈਸਮੈਂਟ ਇਕਨੋਮੀ ਦੇ ਲੈਵਲ ਤੇ ਜਾਂ ਇਹਨਾਂ ਦੇ ਰੋਡ ਮੈਪ ਤੇ ਉਹ ਨਹੀਂ ਕਰਨੀ ਚਾਹੀਦੀ। ਉਦੋਂ ਹੀ ਅਸਲੀ ਗੱਲ ਸਾਹਮਣੇ ਆਏਗੀ। ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਇਹ ਸਾਡੇ ਨਾਲ ਸੀਗੇ ਜਗਤਾਰ ਸਿੰਘ ਜੀ, ਸੀਨੀਅਰ ਪੱਤਰਕਾਰ ਨੇ। ਇਕਨੋਮੀ ਤੇ ਅੱਜ ਅਸੀਂ ਗੱਲ ਕੀਤੀ ਹੈ। ਪੰਜਾਬ ਦਾ ਕਰਜ਼ਾ ਜਿਹੜਾ ਹੈ ਕਿ ਹਰ ਦਿਨ ਜਿਹੜਾ ਵੱਧਦਾ ਚੱਲਿਆ ਜਾ ਰਿਹਾ, ਉਸ ਤੇ ਗੱਲਬਾਤ ਕੀਤੀ ਹੈ। ਪਰ ਜਿਵੇਂ ਬੜੇ ਉਹਨਾਂ ਨੇ ਤਰਤੀਬ ਨਾਲ ਦੱਸਿਆ ਵੀ ਇਹ ਕਰਜ਼ੇ ਵੀ ਦੋ ਤਰੀਕੇ ਦੇ ਨੇ। ਇੱਕ ਕਰਜ਼ਾ ਤਾਂ ਜਿਹੜਾ ਹੈ ਜਨਰਲ, ਜਿਹੜਾ ਆਪਣੇ ਜੇ ਆਪਾਂ ਗੱਲ ਕਰੀਏ ਜਿਹੜੇ ਫਾਈਨੈਂਸਿਸ ਨੇ ਉਹਦੀ ਗੱਲ ਹੋ ਰਹੀ ਹੈ। ਦੂਸਰਾ ਸਪੈਸ਼ਲ ਟਰਮ ਲੋਨ ਦੀ ਗੱਲ ਹੋ ਰਹੀ ਹੈ, ਜਿਹੜੇ ਕਿ ਮਿਲੀਟੈਂਸੀ ਦੇ ਵਕਤ ਡਿਫਰੈਂਟ ਤਰੀਕੇ ਦੇ ਨਾਲ ਲਿੱਤੇ ਗਏ ਸੀ, ਸੈਂਟਰ ਤੋਂ ਹੈਲਪ ਅਸਿਸਟੈਂਸ ਲਿੱਤੀ ਗਈ ਸੀ ਤੇ ਉਹ ਉਸ ਵੇਲੇ ਮਾਫ ਕਰਨ ਦੀ ਵੀ ਉੱਥੇ ਗੱਲ ਚੱਲ ਪਈ ਸੀ। ਤੇ ਉਹਨਾਂ ਨੇ ਕਿਹਾ ਸੀ ਕਿ ਪਾਰਟਿਕੂਲਰ ਜਿਹੜਾ ਹੈਗਾ ਇੰਟਰਵਲਸ ਤੇ ਇਹਨੂੰ ਜਿਹੜਾ ਮਾਫ ਕੀਤਾ ਜਾਏਗਾ, ਔਰ ਉਹ ਪੂਰੀ ਤਰ੍ਹਾਂ ਹੋ ਗਿਆ ਹੈ, ਜਿਹੜਾ ਕਿ ਸਾਨੂੰ ਜਾਣਕਾਰੀ ਸਾਡੇ ਸੀਨੀਅਰ ਜਿਹੜੇ ਪੱਤਰਕਾਰ ਆਪਾਂ ਗੈਸਟ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਦਿੱਤੀ ਹੈ। ਪਰ ਫਿਰ ਵੀ ਜੇ ਅਸੀਂ ਕਰਜ਼ੇ ਦੀ ਗੱਲ ਕਰੀਏ, ਲਗਾਤਾਰ ਜਿਹੜਾ ਵੱਧਦਾ ਜਨਰਲ ਕਰਜ਼ਾ ਵੀ ਹੈਗਾ, ਉਹਨੂੰ ਕਿਵੇਂ ਨੱਥ ਪਏਗੀ, ਕਿਵੇਂ ਜਿਹੜੀ ਹੈ ਚੀਜ਼ਾਂ ਜਿਹੜੀਆਂ ਉਹ ਪਬਲਿਸਟ ਨਾ ਹੋ ਕੇ ਸੋਸ਼ਲ ਵੈਲਫੇਅਰ ਦੇ ਲਈ ਜਿਹੜਾ ਉਹ ਸਕੀਮਸ ਆਉਣਗੀਆਂ, ਇਹ ਹਜੇ ਥੋੜਾ ਜਿਹਾ ਦੇਖਣ ਵਾਲੀ ਗੱਲ ਹੋਏਗੀ। ਨਵੀਂ ਸਰਕਾਰ ਹੈ, ਸਰਕਾਰ ਨੇ ਵੀ ਟਾਈਮ ਬਾਏ ਕੀਤਾ, ਲੋਕ ਵੀ ਦੇਣਾ ਚਾਹੁੰਦੇ ਆ ਟਾਈਮ, ਕਿਉਂਕਿ ਕਿਤੇ ਨਾ ਕਿਤੇ ਪਿਛਲੇ ਟਾਈਮ ਤੋਂ ਦੁਨੀਆ ਵੀ, ਲੋਕ ਵੀ, ਆਮ ਜਨਤਾ ਵੀ ਦੁਖੀ ਸੀਗੀ। ਪਰ ਡੈਫੀਨੇਟਲੀ ਇਸ ਸਰਕਾਰ ਨੂੰ ਕੁਝ ਕਰਕੇ ਦਿਖਾਉਣਾ ਪਏਗਾ। ਲੋਕਾਂ ਦੇ ਹੱਕ ਦੀ ਗੱਲ, ਲੋਕਾਂ ਨੂੰ ਉਹ ਸਾਰੀਆਂ ਸੇਵਾਵਾਂ ਜਿਸ ਤੋਂ ਉਹ ਹਮੇਸ਼ਾ ਜਿਹੜੀਆਂ ਵਾਂਝੇ ਰਹੇ ਨੇ ਉੱਥੇ ਤੱਕ ਲੈ ਕੇ ਜਾਣਾ ਪਏਗਾ। ਕਿਸ ਤਰੀਕੇ ਨਾਲ ਇਹ ਸਭ ਹੋਏਗਾ? ਬਜਟ ਸੈਸ਼ਨ ਆਉਣ ਵਾਲਾ ਹੈ, ਉਹਦੇ ਵਿੱਚ ਕੀ ਗੱਲਾਂ ਬਾਤਾਂ ਹੋਣਗੀਆਂ, ਕਿਸ ਤਰੀਕੇ ਦੇ ਨਵੇਂ ਲੇਆਊਟਸ ਜਿਹੜੇ ਉਹ ਲਿਖੇ ਜਾਣਗੇ, ਉਹ ਜੇ ਅੱਗੇ ਦੀ ਗੱਲ ਹੈ। ਤਾਂ ਤੱਕ ਸਾਨੂੰ ਦਿਓ ਇਜਾਜ਼ਤ। ਮੇਰੇ ਕੈਮਰਾ ਪਰਸਨ ਆਸ਼ੀਸ਼ ਦੇ ਨਾਲ ਮੈਨੂੰ ਇੱਥੋਂ ਹੀ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ D5 ਚੈਨਲ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ